ਮੀਟਿੰਗ ਦਿੱਲੀ ਦੇ ਅੰਦਰ ਸਿਰਫ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ, ਕਿਸਾਨਾਂ ਨੂੰ ਡਿਵਾਈਡ ਐਂਡ ਰੂਲ ਵੰਡਣ ਵਾਸਤੇ, ਤਾਂ ਕਿ ਜਿਹੜਾ ਅੰਦੋਲਨ ਹੈ ਉਹ ਖੇਰੂ ਹੋ ਜਾਵੇ। ਬੜਾ ਦੁੱਖ ਹੋਇਆ ਕਿਸਾਨਾਂ ਦੇ ਨਾਲ, ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਵਾਸਤੇ ਇੱਕ ਸੈਕਟਰੀ ਲੈਵਲ ਦਾ ਅਫਸਰ ਹੋਵੇ। ਦੇਸ਼ ਦਾ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ ਕਦੇ ਕੰਪਰੋਮਾਈਜ਼ ਨਹੀਂ ਕਰੇਗਾ। ਪੰਜਾਬ ਦੇ ਲੋਕ ਐਟਲੀਸਟ, ਇਕੱਲੇ ਕਿਸਾਨ ਨਹੀਂ, ਪੂਰੇ ਪੰਜਾਬ ਦੇ ਲੋਕ ਕਦੇ ਸਮਝੌਤਾ ਨਹੀਂ ਕਰਨਗੇ। ਜੇ ਖੇਤੀਬਾੜੀ ਗਈ ਤੇ ਸਾਡੀ ਆਰਥਿਕਤਾ ਗਈ। ਐਕਟ ਦੀਆਂ ਕੱਲ ਕਾਪੀਆਂ ਵੀ ਕਿਸਾਨਾਂ ਦੇ ਵੱਲੋਂ ਫਾੜੀਆਂ ਗਈਆਂ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਨਿੰਦਾ ਕੀਤੀ ਗਈ। ਮੰਤਰੀ ਮੰਡਲ ਦੀ ਮੀਟਿੰਗ ਆਉਂਦੀ ਹੈ ਤੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਆਏ ਖੇਤੀ ਸੁਧਾਰ ਆਰਡੀਨੈਂਸਾਂ ਦੇ ਉੱਤੇ ਸਾਈਨ ਕਰਦੇ ਆ। ਫਿਰ ਇਹੀ ਸੁਖਬੀਰ ਬਾਦਲ ਬਿਲਕੁਲ ਮੀਡੀਆ ਦੇ ਸਾਹਮਣੇ ਤਾਰੀਫਾਂ ਦੇ ਪੁਲ ਬਣਦੇ ਆ ਆਰਡੀਨੈਂਸਾਂ ਦੇ। ਬੀਬਾ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਉਦੋਂ ਕਰਦੇ ਆ ਜਦੋਂ ਪੰਜਾਬ ਦੇ ਸਾਰੇ ਲੋਕ ਸੜਕਾਂ ਤੇ ਆ ਜਾਂਦੇ ਆ, ਇਸ ਟੱਬਰ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕਰ ਦਿੰਦੇ ਆ। ਇਹਨਾਂ ਦੇ ਸਾਬਕਾ MP MLA ਲੀਡਰ ਜਿਨ੍ਹਾਂ ਨੇ ਕੁੱਪਾਂ ਦੇ ਕੁੱਪ ਰੁਪਈਏ ਦੇ ਭਰੇ ਆ, ਲੋਕਾਂ ਨੂੰ ਸ਼ਰਾਬ ਪਿਲਾ ਕੇ ਬੱਸਾਂ 'ਚ ਲਿਆ ਕੇ ਇਕੱਠ ਜ਼ਰੂਰ ਸ਼ੋਅ ਕਰ ਸਕਦੇ ਆ, ਬਿਲਕੁਲ ਜਿਵੇਂ ਅਬੇ ਚਟਾਲਾ ਦੀ ਪਾਰਟੀ ਕਰ ਰਹੀ ਹੈ, ਪਰ ਇਹਨਾਂ ਦੇ ਪੱਲੇ ਕੁਛ ਨਹੀਂ। ਕਾਸ਼ ਪੂਰੀ ਵੱਡੀ ਕਿ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਉੱਤੇ ਅਟੈਕ, ਤਾਂ ਕਿ ਲੋਕਾਂ ਦਾ ਧਿਆਨ ਡਾਈਵਰਟ ਕਰੋ ਕਿਸਾਨ ਅੰਦੋਲਨ ਤੋਂ। ਕਿਸਾਨ ਅੰਦੋਲਨ ਕਮਜ਼ੋਰ ਕਰਨ ਦੀ ਸਟੇਟਮੈਂਟ ਆ, ਫਿਰ BJP ਵਾਲੇ ਉਹਨਾਂ ਦੇ ਪੁਤਲੇ ਫੂਕਣ ਲੱਗ ਜਾਂਦੇ ਆ। ਮਤਲਬ ਕਿ ਪੈਰਲਲ ਇੱਕ ਅੰਦੋਲਨ ਹੋਰ ਖੜਾ ਕਰਨ ਦਾ ਯਤਨ ਆ। ਅੱਜ ਸਾਨੂੰ ਸਮਝ ਲੈਣ ਦੀ ਜ਼ਰੂਰਤ ਹੈ, ਇਹ ਅਕਾਲੀ, ਕਾਂਗਰਸੀ, ਜਨਸੰਘੀ, ਇਹ ਸਾਰੇ ਇਸ ਅੰਦੋਲਨ ਦੇ ਪੈਰਲਲ ਇੱਕ ਹੋਰ ਮੂਵਮੈਂਟ ਖੜੀ ਕਰਨ ਦੇ ਯਤਨ 'ਚ ਆ। ਉਹਦੇ ਅੰਦਰ BJP ਦੀ ਹਾਲਤ ਪਹਿਲਾਂ ਹੀ ਬੜੀ ਮਾੜੀ ਹੈ। ਦੇਸ਼ ਦੀ ਲੋਕ ਸਭਾ ਦੇ ਅੰਦਰ ਗੋਲਡਨ ਐਬਸੋਲੂਟ ਮੈਜੋਰਿਟੀ ਹੋਵੇ, ਪੰਜਾਬ ਦੇ ਵਿੱਚ 2 MLA ਇਸ ਪਾਰਟੀ ਦੇ, ਹਾਲਤ ਪਹਿਲਾਂ ਹੀ ਮਾੜੀ ਸੀਗੀ। ਪਰ ਹੁਣ ਪੰਜਾਬ ਦੇ ਵਿੱਚੋਂ BJP ਦਾ ਮੇਰਾ ਖਿਆਲ ਪੂਰਨ ਤੌਰ ਤੇ ਸਫਾਇਆ ਹੋ ਜਾਏਗਾ, ਜੈਸੀ ਪਾਲਿਸੀ BJP ਨੇ ਸਟੇਟ ਪੰਜਾਬ ਵਾਸਤੇ ਫੜੀ ਹੈ। ਤੇ ਇਸ ਕਰਕੇ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚੋਂ ਇਹਨਾਂ ਦਾ ਬਈ ਖਾਤਾ BJP ਵਾਲਿਆਂ ਦਾ ਬੰਦ ਹੋਣ ਵਾਲਾ ਹੈ। ਖੇਤੀ ਕਾਨੂੰਨ ਦੇ ਖਿਲਾਫ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਬੈਠਕ ਕੀਤੀ ਗਈ ਸੀ, ਜਿਹੜੀ ਉਹ ਬੈਠਕ ਬੇਨਤੀਜਾ ਰਹੀ ਹੈ, ਜਿਸ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਔਰ ਕਈ ਅਹਿਮ ਮੁੱਦਿਆਂ ਤੇ ਜਿਹੜੀ ਆ ਗੱਲਬਾਤ ਕੀਤੀ ਜਾਣੀ ਹੈ। ਇਸੇ तमाम ਮੁੱਦਿਆਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ। ਬੈਂਸ ਸਾਹਿਬ, ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਸੀ, ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਗਏ ਪਰ ਬੇਨਤੀਜਾ ਰਹੀ। ਅੱਜ ਚੰਡੀਗੜ੍ਹ ਦੇ ਵਿੱਚ ਅਹਿਮ ਫੈਸਲਿਆਂ ਤੇ ਗੱਲਬਾਤ ਹੋ ਰਹੀ ਹੈ। ਕੀ ਲੱਗਦਾ ਤੁਹਾਨੂੰ ਕਿ ਕੇਂਦਰ ਸਰਕਾਰ ਦੇ ਨਾਲ ਕਿਸ ਵਜ੍ਹਾ ਕਾਰਨ ਜਿਹੜੀ ਹੈ ਗੱਲਬਾਤ ਨਹੀਂ ਹੋ ਪਾਈ? ਕਿਉਂਕਿ ਤੁਸੀਂ ਕਾਫੀ ਜਿਹੜਾ ਖੇਤੀਬਾੜੀ ਦੇ ਨਾਲ ਵੀ ਜੁੜੇ ਹੋ, ਪੋਲੀਟੀਕਲ ਦੇ ਨਾਲ ਵੀ ਜੁੜੇ। ਖੇਤੀ ਸੁਧਾਰ ਕਾਨੂੰਨ ਜਿਹਨੂੰ ਲੈ ਕੇ ਪੂਰੇ ਦੇਸ਼ ਤੇ ਕਿਸਾਨ ਅੰਦੋਲਨ ਦੇ ਰਸਤੇ ਤੇ ਆ, ਮੋਦੀ ਸਾਹਿਬ ਦੀ ਗਵਰਨਮੈਂਟ ਨੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਮੀਟਿੰਗ ਲਈ ਸੱਦਿਆ। ਉਸੇ ਦਿਨ ਮੋਦੀ ਸਾਹਿਬ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਕਹਿੰਦੇ ਆ ਵੀ ਕਿਸਾਨ ਨੂੰ ਬਰਗਲਾਉਣਾ, ਕਿਸਾਨ ਦੀ ਮਦਦ, ਆਪੋਜੀਸ਼ਨ ਲੀਡਰ ਜਿਹੜੇ ਆ ਕਿਸਾਨ ਨੂੰ ਮਿਸਗਾਈਡ ਕਰ ਰਹੇ ਆ। ਉਸ ਸਟੇਟਮੈਂਟ ਦੇ ਵਿੱਚੋਂ ਇੱਕ ਧਮਕੀ ਝਲਕਦੀ ਪ੍ਰਤੀਤ ਹੁੰਦੀ ਆ ਵੀ ਮੋਦੀ ਸਾਹਿਬ ਦੇਸ਼ ਦੇ ਕਿਸਾਨ ਨੂੰ ਤੇ ਸਮਰਥਨ ਦੇ ਵਿੱਚ ਆਏ ਹੋਏ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੂੰ ਇੱਕ ਥ੍ਰੈਟ ਕਰ ਰਹੇ ਆ। ਮੈਂ ਉਸੇ ਦਿਨ ਕਹਿਤਾ ਸੀ ਵੀ ਇਹ ਕਿਸਾਨ ਮੀਟਿੰਗ ਦਿੱਲੀ ਦੇ ਅੰਦਰ ਸਿਰਫ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ, ਕਿਸਾਨਾਂ ਨੂੰ ਡਿਵਾਈਡ ਐਂਡ ਰੂਲ ਵੰਡਣ ਵਾਸਤੇ, ਤਾਂ ਕਿ ਜਿਹੜਾ ਅੰਦੋਲਨ ਹੈ ਉਹ ਖੇਰੂ ਹੋ ਜਾਵੇ। ਬੜਾ ਦੁੱਖ ਹੋਇਆ ਕਿਸਾਨਾਂ ਦੇ ਨਾਲ, ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਵਾਸਤੇ ਇੱਕ ਸੈਕਟਰੀ ਲੈਵਲ ਦਾ ਅਫਸਰ ਹੋਵੇ। ਕਾਸ਼ ਮੋਦੀ ਸਾਹਿਬ ਖੁਦ ਸੁਣਦੇ ਦੇਸ਼ ਦੇ ਕਿਸਾਨ ਦੀ ਗੱਲ, ਆਪ ਨਹੀਂ ਬਿਜ਼ੀ ਸੀਗੇ ਤੇ ਉਹ ਕੋਈ 2-3 ਆਪਣੇ ਵਜ਼ੀਰਾਂ ਦੀ ਡਿਊਟੀ ਲਾਉਂਦੇ ਜਿਹੜੇ ਕਿਸਾਨਾਂ ਦਾ ਪੱਖ ਸੁਣਦੇ, ਮੱਲਮ ਲੱਗਦੀ, ਕੋਈ ਨਾ ਕੋਈ ਗੱਲਬਾਤ ਅੱਗੇ ਵੱਧਦੀ। ਸੋ ਡੈਡਲੌਕ ਆ। ਮੇਰਾ ਖਿਆਲ ਦੇਸ਼ ਦਾ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ ਕਦੇ ਕੰਪਰੋਮਾਈਜ਼ ਨਹੀਂ ਕਰੇਗਾ। ਪੰਜਾਬ ਦੇ ਲੋਕ ਐਟਲੀਸਟ, ਇਕੱਲੇ ਕਿਸਾਨ ਨਹੀਂ, ਪੂਰੇ ਪੰਜਾਬ ਦੇ ਲੋਕ ਕਦੇ ਸਮਝੌਤਾ ਨਹੀਂ ਕਰਨਗੇ। ਜੇ ਖੇਤੀਬਾੜੀ ਗਈ ਤੇ ਸਾਡੀ ਆਰਥਿਕਤਾ ਗਈ, ਇਕੋਨਮੀ ਗਈ ਸਾਡੀ। ਸੋ ਅਸੀਂ ਆਪਣੀ ਇਕੋਨਮੀ ਬਚਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾਵਾਂਗੇ।
ਬੈਂਸ ਸਾਹਿਬ ਇੱਕ ਐਕਟ ਦੀਆਂ ਕੱਲ ਕਾਪੀਆਂ ਵੀ ਕਿਸਾਨਾਂ ਦੇ ਵੱਲੋਂ ਫਾੜੀਆਂ ਗਈਆਂ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਨਿੰਦਾ ਕੀਤੀ ਗਈ, ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਆ ਉਹ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ ਸੀ। ਅੱਜ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰਾਂ ਦੇ ਵੱਲੋਂ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਦਿੱਲੀ ਪੁਲਿਸ ਦੇ ਨਾਲ ਹੱਥਾਪਾਈ ਦੀਆਂ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਕਿੱਦਾਂ ਦੇਖਦੇ ਹੋ ਲਗਾਤਾਰ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਔਰ ਦਿੱਲੀ ਦੇ ਵਿੱਚ ਵੀ ਹੁਣ ਜਿਹੜਾ ਲਗਾਤਾਰ ਸੰਘਰਸ਼ ਹੋਣੇ ਸ਼ੁਰੂ ਹੋ ਗਏ ਨੇ? ਅਕਾਲੀ ਦਲ ਜਿਹੜਾ ਆਰਡੀਨੈਂਸ ਪਾਸ ਕਰਨ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਆਉਂਦੀ ਹੈ ਤੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਆਏ ਖੇਤੀ ਸੁਧਾਰ ਆਰਡੀਨੈਂਸਾਂ ਦੇ ਉੱਤੇ ਸਾਈਨ ਕਰਦੇ ਆ। ਫਿਰ ਇਹੀ ਸੁਖਬੀਰ ਬਾਦਲ ਬਿਲਕੁਲ ਮੀਡੀਆ ਦੇ ਸਾਹਮਣੇ ਤਾਰੀਫਾਂ ਦੇ ਪੁਲ ਬਣਦੇ ਆ ਆਰਡੀਨੈਂਸਾਂ ਦੇ ਪ੍ਰਤੀ। ਔਰ ਬੀਬਾ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਉਦੋਂ ਕਰਦੇ ਆ ਜਦੋਂ ਪੰਜਾਬ ਦੇ ਸਾਰੇ ਲੋਕ ਸੜਕਾਂ ਤੇ ਆ ਜਾਂਦੇ ਆ, ਇਸ ਟੱਬਰ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕਰ ਦਿੰਦੇ ਆ। ਇਹਨਾਂ ਦੀ ਅਸਲੀਅਤ ਦਾ, ਇਹਨਾਂ ਦੇ ਚਰਿੱਤਰ ਦਾ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਜਾਣਕਾਰੀ ਆ। ਇਹ ਕੁਛ ਕਰ ਲੈਣ, ਇਹ ਅਸਤੀਫੇ ਦੇ ਦੇਣ, ਇਹ ਦਿੱਲੀ ਦੇ ਅੰਦਰ ਪ੍ਰਦਰਸ਼ਨ ਕਰਿਆ ਹੋਣ, ਇਹ ਪੰਜਾਬ ਦੇ ਵਿੱਚ ਫੋਕੀਆਂ ਫੜਾ ਮਾਰ ਲੈਣ, ਇਹਨਾਂ ਦਾ ਹਾਲ ਹਰਿਆਣਾ ਦੀ ਜਿਹੜੀ ਅਭੈ ਚੌਟਾਲਾ ਐਂਡ ਕੰਪਨੀ ਆ ਨਾ, ਇਹਨਾਂ ਦਾ ਹਾਲ ਤੇ ਹਸ਼ਰ ਉਹ ਹੀ ਆ। ਮੈਨੇਜਡ ਇਕੱਠ ਜ਼ਰੂਰ ਕਰ ਸਕਦੇ ਆ ਇਹ। ਇਹਨਾਂ ਦੇ ਸਾਬਕਾ MP MLA ਲੀਡਰ ਜਿਨ੍ਹਾਂ ਨੇ ਕੁੱਪਾਂ ਦੇ ਕੁੱਪ ਰੁਪਈਏ ਦੇ ਭਰੇ ਆ, ਲੋਕਾਂ ਨੂੰ ਸ਼ਰਾਬ ਪਿਲਾ ਕੇ ਬੱਸਾਂ 'ਚ ਲਿਆ ਕੇ ਇਕੱਠ ਜ਼ਰੂਰ ਸ਼ੋਅ ਕਰ ਸਕਦੇ ਆ, ਬਿਲਕੁਲ ਜਿਵੇਂ ਅਭੈ ਚੌਟਾਲਾ ਦੀ ਪਾਰਟੀ ਕਰ ਰਹੀ ਹੈ। ਪਰ ਇਹਨਾਂ ਦੇ ਪੱਲੇ ਕੁਛ ਨਹੀਂ। ਪੰਜਾਬ ਦੇ ਲੋਕ 2022 ਦੇ ਵਿਧਾਨ ਸਭਾ ਇਲੈਕਸ਼ਨ ਮੌਕੇ ਇਹ ਜਿਹੜੇ ਟੱਬਰ ਹਾਸ਼ੀਏ 'ਤੇ ਹੈ ਨਾ, ਇਹਨਾਂ ਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਸਾਫ਼ ਕਰ ਦੇਣਗੇ। ਸਾਹਿਬ ਇੱਕ ਸਵਾਲ ਹੋਰ ਆਉਂਦਾ, ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ, BJP ਦੇ ਜਿਹੜੇ ਸੀਨੀਅਰ ਲੀਡਰ ਹੈਗੇ ਨੇ, ਜਿਹੜੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਦੇ ਉੱਤੇ ਹਮਲਾ ਹੋਇਆ, ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਰਵਨੀਤ ਬਿੱਟੂ ਵੱਲੋਂ, ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਲਈ ਗਈ ਹੈ। ਪਰ ਕਿਤੇ ਨਾ ਕਿਤੇ ਅੱਜ ਗੱਲ ਕਰੀਏ ਤਾਂ BJP ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ, ਪੁਤਲੇ ਵੀ ਫੂਕੇ ਗਏ ਆ। ਤੁਸੀਂ ਦੇਖੋ ਇਹ ਸਾਜ਼ਿਸ਼ ਆ। ਪਹਿਲਾਂ ਸਾਜ਼ਿਸ਼ ਪੂਰੀ ਵੱਡੀ ਕਿ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਉੱਤੇ ਅਟੈਕ, ਤਾਂ ਕਿ ਲੋਕਾਂ ਦਾ ਧਿਆਨ ਡਾਈਵਰਟ ਕਰੋ ਕਿਸਾਨ ਅੰਦੋਲਨ ਤੋਂ। ਫਿਰ ਬਿੱਟੂ ਜੀ ਵੱਲੋਂ ਜ਼ਿੰਮੇਵਾਰੀ ਲੋਕਾਂ ਦਾ ਧਿਆਨ ਭਟਕਾਉਣ ਲਈ ਬਿੱਟੂ ਜੀ ਦੀ ਸਟੇਟਮੈਂਟ ਆ, ਕਿਸਾਨ ਅੰਦੋਲਨ ਕਮਜ਼ੋਰ ਕਰਨ ਦੀ ਸਟੇਟਮੈਂਟ ਆ। ਫਿਰ BJP ਵਾਲੇ ਉਹਨਾਂ ਦੇ ਪੁਤਲੇ ਫੂਕਣ ਲੱਗ ਜਾਂਦੇ ਆ। ਮਤਲਬ ਕਿ ਪੈਰਲਲ ਇੱਕ ਅੰਦੋਲਨ ਹੋਰ ਖੜਾ ਕਰਨ ਦਾ ਯਤਨ ਆ। ਅੱਜ ਸਾਨੂੰ ਸਮਝ ਲੈਣ ਦੀ ਜ਼ਰੂਰਤ ਹੈ, ਇਹ ਅਕਾਲੀ, ਕਾਂਗਰਸੀ, ਜਨਸੰਘੀ, ਇਹ ਸਾਰੇ ਇਸ ਅੰਦੋਲਨ ਦੇ ਪੈਰਲਲ ਇੱਕ ਹੋਰ ਮੂਵਮੈਂਟ ਖੜੀ ਕਰਨ ਦੇ ਯਤਨ 'ਚ ਆ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਏਜੰਸੀਆਂ ਦਾ ਕੰਮ ਆ ਕਿ ਕਿਹੜੇ ਤਰੀਕੇ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਪਰੇ ਕਰਕੇ ਪੈਰਲਲ ਇੱਕ ਹੋਰ ਅੰਦੋਲਨ ਖੜਾ ਕਰਨ ਦੇ ਚੱਕਰ ਤੇ ਯਤਨਾਂ ਦੇ ਵਿੱਚ ਹੈ। ਪਰ ਪੰਜਾਬ ਦੇ ਲੋਕ ਤੇ ਕਿਸਾਨ ਬੜੇ ਸੂਝਵਾਨ ਆ, ਸਮਝਦੇ ਆ ਸਾਰਾ ਕੁਝ। ਇਹ ਜੋ ਮਰਜ਼ੀ ਡੰਬਰ ਰਚ ਲੈਣ, ਕਿਸਾਨ ਅੰਦੋਲਨ ਪ੍ਰਾਪਤੀ ਕਰਕੇ ਦਮ ਲਏਗਾ। ਵੈਸੇ ਇਸ ਤੋਂ ਇਲਾਵਾ ਇੱਕ ਸਵਾਲ ਹੈਗਾ, BJP ਦੇ ਜਿੰਨੇ ਲੀਡਰ ਹੈਗੇ ਨੇ ਸਾਰਿਆਂ ਦੇ ਘਰਾਂ ਦੇ ਬਾਹਰ ਬੈਰੀਗੇਡਸ ਲਗਾ ਦਿੱਤੇ ਗਏ ਨੇ, ਚਾਹੇ ਸਿਕਿਉਰਿਟੀ ਕਈ ਲੀਡਰਾਂ ਦੇ ਵੱਲੋਂ ਮੰਗੀ ਗਈ ਸੀ, ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਜਿਹੜੀ ਨਹੀਂ ਮਿਲੀ, ਜਿਸ ਕਰਕੇ ਉਹਨਾਂ ਨੇ ਆਪਣੇ ਬੈਰੀਗੇਡਸ ਲਗਾਤੇ, ਦਫ਼ਤਰਾਂ ਦੇ ਬਾਹਰ ਲਗਾ ਦਿੱਤੇ ਆ। ਇਸ ਤੋਂ ਇਲਾਵਾ ਰੋਸ ਪ੍ਰਦਰਸ਼ਨ ਜ਼ਰੂਰ ਹੋ ਰਹੇ ਨੇ। ਅੱਜ ਮੁਕਤਸਰ ਦੇ ਵਿੱਚ ਵਿਜੇ ਸਾਂਪਲਾ ਨੂੰ ਵੀ, ਜਿਹੜੇ ਕੇਂਦਰੀ ਮੰਤਰੀ ਰਹਿ ਚੁੱਕੇ ਨੇ, ਉਹਨਾਂ ਨੂੰ ਵੀ ਉਹਨਾਂ ਦੀ ਗੱਡੀ ਘੇਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਹਿਰਾਸਤ 'ਚ ਵੀ ਲੈ ਲਿਆ ਪੁਲਿਸ ਨੇ। ਸੋ ਇਹ ਲੋਕਾਂ ਦੀ ਜਿਹੜੀ ਸੁੱਤੀ ਆਤਮਾ ਹੈਗੀ ਕਦੋਂ ਜਾਗੂਗੀ? ਪ੍ਰਾਊਡ ਟੂ ਬੀ ਪੰਜਾਬੀ। ਸੋ ਇਹ ਲੋਕ NDA ਦੇ ਵਿੱਚੋਂ ਅਕਾਲੀ ਦਲ ਨਿਕਲ ਗਿਆ ਆਪਣੀਆਂ ਮਾੜੀਆਂ ਕਰਤੂਤਾਂ ਕਾਰਨ। 25 ਸਾਲ ਪੰਜਾਬ ਦੇ ਹੱਥ ਵੱਢ ਕੇਂਦਰ ਨੂੰ ਦਿੰਦਾ ਰਿਹਾ ਆਪਣੇ ਘਰ ਤੇ ਟੱਬਰ ਦੇ ਫਾਇਦੇ ਲੈਣ ਵਾਸਤੇ। ਹੁਣ NDA ਦੇ ਵਿੱਚ ਪੰਜਾਬ ਦਾ ਕਸਟੋਡੀਅਨ ਕੌਣ ਆ? ਉਹ ਪੰਜਾਬ ਦੀ BJP ਦੀ ਲੀਡਰਸ਼ਿਪ। ਜੇ ਅਸੀਂ ਅਸ਼ਵਨੀ ਸ਼ਰਮਾ ਦੇ ਘਰ ਗਏ, ਅਸੀਂ ਤਰਨ ਚੁੱਘ ਦੇ ਘਰ ਗਏ, ਸੋਮ ਪ੍ਰਕਾਸ਼ ਹੋਰਾਂ ਦੇ ਘਰ ਗਏ, ਤੇ ਸਾਡਾ ਮਕਸਦ ਸੀਗਾ ਕਿ ਇਹਨਾਂ ਲੋਕਾਂ ਦੀ ਆਤਮਾ ਨੂੰ ਹਲੂਣਾ ਦਈਏ, ਜਗਾਈਏ ਕਿ ਤੁਸੀਂ ਪੰਜਾਬੀ ਹੋਣ ਦਾ ਮਾਣ ਜਗਾਓ, ਪ੍ਰਾਊਡ ਟੂ ਬੀ ਪੰਜਾਬੀ ਕਹਿ ਕੇ ਮੋਦੀ ਸਾਹਿਬ ਨੂੰ ਅਸਲ ਤਸਵੀਰ ਦਿਖਾ ਕੇ ਆਓ, ਪ੍ਰੈਸ਼ਰਾਈਜ਼ ਕਰੋ ਕਿ ਇਹ ਕਾਨੂੰਨ ਜਿਹੜਾ ਸਾਡੇ ਸਟੇਟ ਨੂੰ ਤਬਾਹ ਕਰੇਗਾ। ਪਰ ਅਫਸੋਸ ਹੈ ਕਿ ਇਹ ਲੋਕ ਸਤਾ ਦੀ ਅੱਖਾਂ ਦੇ ਉੱਤੇ ਚਰਬੀ ਚੜ੍ਹੀ ਆ, ਸਤਾ ਦੀ ਐਨਕ ਦੇ ਥੱਲੇ ਅੱਜ ਪੰਜਾਬ ਦਾ ਪੱਖ ਪੇਸ਼ ਕਰਨ ਦੇ ਵਿੱਚ ਅਸਫਲ ਹੈਗੀ ਆ ਪੰਜਾਬ ਦੀ ਲੀਡਰਸ਼ਿਪ BJP ਦੀ। ਇਸੇ ਕਰਕੇ ਅੱਜ ਇਹ ਗੁੱਸੇ ਦਾ ਸ਼ਿਕਾਰ, ਚੋਰ ਨੂੰ ਆਪਣਾ ਭਾਲਾ, ਆਪਣੇ ਦਫ਼ਤਰਾਂ, ਘਰਾਂ ਦੇ ਬਾਹਰ ਬੈਰੀਕੇਟਿੰਗ ਕਰਵਾ ਰਹੇ ਆ। ਉਹ ਦੋਸਤੋ, ਜੇ ਤੁਸੀਂ ਚੱਜ ਦਾ ਕੰਮ ਹੀ ਕਰ ਲਓ ਤਾਂ ਤੁਹਾਨੂੰ ਬੈਰੀਕੇਟਿੰਗ ਦੀ ਲੋੜ ਨਹੀਂ, ਲੋਕ ਤੁਹਾਨੂੰ ਰਿਸਪੈਕਟ ਦੇਣਗੇ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਬਣ ਜਾਓ। ਜਗਰਾਓਂ ਦੇ ਵਿੱਚ ਵੀ ਸਮੁੱਚੀ ਲੀਡਰਸ਼ਿਪ ਆ ਜਿਹੜੀ BJP ਦੀ, ਚਾਹੇ ਉਹ ਪਾਰਸ਼ਦ ਨੇ,
ਚਾਹੇ ਬਲਾਕ ਸੰਮਤੀ ਮੈਂਬਰ ਰਹੇ ਨੇ, ਚਾਹੇ ਜਿਹੜੇ ਵੀ ਅਹੁਦਿਆਂ ਤੇ ਵਿਰਾਜਮਾਨ ਰਹੇ ਨੇ ਬੀਜੇਪੀ ਦੇ ਲੀਡਰ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ। ਜਿਹੜਾ ਪੰਜਾਬ ਦੇ ਅੰਦਰ ਬੀਜੇਪੀ ਦੀ ਹਾਲਤ ਪਹਿਲਾਂ ਹੀ ਬੜੀ ਮਾੜੀ ਹੈ। ਦੇਸ਼ ਦੀ ਲੋਕ ਸਭਾ ਦੇ ਅੰਦਰ ਗੋਲਡਨ ਐਬਸੋਲੂਟ ਮੈਜੋਰਿਟੀ ਹੋਵੇ, ਪੰਜਾਬ ਦੇ ਵਿੱਚ 2 MLA ਇਸ ਪਾਰਟੀ ਦੇ, ਹਾਲਤ ਪਹਿਲਾਂ ਹੀ ਮਾੜੀ ਸੀਗੀ। ਪਰ ਹੁਣ ਪੰਜਾਬ ਦੇ ਵਿੱਚੋਂ ਬੀਜੇਪੀ ਦਾ ਮੇਰਾ ਖਿਆਲ ਪੂਰਨ ਤੌਰ ਤੇ ਸਫਾਇਆ ਹੋ ਜਾਏਗਾ, ਜੈਸੀ ਪਾਲਿਸੀ ਬੀਜੇਪੀ ਨੇ ਸਟੇਟ ਪੰਜਾਬ ਵਾਸਤੇ ਫੜੀ ਹੈ। ਸੋ ਇਸ ਕਰਕੇ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚੋਂ ਇਹਨਾਂ ਦਾ ਵਹੀ ਖਾਤਾ ਬੀਜੇਪੀ ਵਾਲਿਆਂ ਦਾ ਬੰਦ ਹੋਣ ਵਾਲਾ ਹੈ। ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਤਾਂ 33% ਮਹਿਲਾਵਾਂ ਨੂੰ ਜਿਹੜੀ ਆ ਨੌਕਰੀ ਦਿੱਤੀ ਜਾਵੇਗੀ, ਆਰਕਸ਼ਣ ਕਰ ਦਿੱਤਾ, ਜਿਹੜਾ ਮਨਜ਼ੂਰੀ ਦੇ ਦਿੱਤੀ ਆ ਜਿਹੜੀ ਪੰਜਾਬ ਸਰਕਾਰ ਨੇ। ਸੋ ਸਿਰਫ ਰਿਜ਼ਰਵੇਸ਼ਨ ਨਾਲ ਗੱਲ ਨਹੀਂ ਨਾ ਚੱਲਣੀ, ਤੁਸੀਂ ਰਿਜ਼ਰਵੇਸ਼ਨ ਦੇ ਨੌਕਰੀਆਂ ਤਾਂ ਦਿਓ। ਤੁਸੀਂ ਤਾਂ ਹਰ ਘਰ ਦੇ ਵਿੱਚ ਇੱਕ ਸਰਕਾਰੀ ਨੌਕਰੀ, ਜਿੱਥੇ ਪੁੱਤ ਨਹੀਂ ਹੈਗਾ ਉੱਥੇ ਧੀ ਨੂੰ ਦੇ ਦਿਆਂਗੇ। ਇਹਨਾਂ ਨੂੰ ਵਾਅਦੇ ਤਾਂ ਯਾਦ ਕਰਨ ਦੀ ਲੋੜ ਹੈ। ਰਿਜ਼ਰਵੇਸ਼ਨ ਦੇ ਨਾਲ ਤੁਸੀਂ ਲੋਕਾਂ ਦਾ ਧਿਆਨ ਭਟਕਾ ਲਓ। ਤੁਸੀਂ ਜਿਹੜਾ ਵਾਅਦਾ ਕੀਤਾ ਸੀ ਨੌਕਰੀਆਂ ਦੇਣ ਦਾ, ਉਹਨੂੰ ਕਹਿ ਦਿਓ ਵੀ ਅਸੀਂ 33% ਵੂਮਨ ਰਿਜ਼ਰਵੇਸ਼ਨ ਨੂੰ ਮਨਜ਼ੂਰੀ ਦੇਤੀ। ਇਹ ਮਨਜ਼ੂਰੀ ਤਾਂ ਸੰਵਿਧਾਨਕ ਤੌਰ ਦੇ ਉੱਤੇ ਜਿਹੜੀ ਔਰਤ ਰਾਖਵਾਂ ਕਰਨੇ ਆ ਦੇਸ਼ ਦੇ ਅੰਦਰ, ਪਰ ਅਸਲ ਮੁੱਦੇ ਦੇ ਉੱਤੇ ਕਾਂਗਰਸ ਨੇ ਹਰ ਘਰ ਦੇ ਵਿੱਚ ਇੱਕ ਸਰਕਾਰੀ ਨੌਕਰੀ, ਇਹਨਾਂ ਨੂੰ ਉਸ ਮੁੱਦੇ ਦੀ ਯਾਦ ਲੋਕ 2022 ਦੇ ਵਿੱਚ ਚੰਗੇ ਤਰੀਕੇ ਨਾਲ ਦਿਵਾਉਣਗੇ। ਮੈਂ ਸਾਹਿਬ ਇੱਕ ਲਾਸਟ ਸਵਾਲ ਹੈਗਾ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਕਿਹਾ ਸੀ ਕਿ ਅਗਰ ਪਾਰਟੀ ਦੇ ਵਿੱਚ ਦਮ ਘੁੱਟਦਾ ਤੇ ਉਹ ਪਾਰਟੀ ਛੱਡ ਦੇਣ। ਦੂਜਾ ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ, ਉਹਨਾਂ ਦੇ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ। ਔਰ ਤੀਸਰਾ ਬੀਜੇਪੀ ਕਹਿ ਰਹੀ ਹੈ ਕਿ ਅਗਰ ਰਵਨੀਤ ਸਿੰਘ ਬਿੱਟੂ ਅਜਿਹਾ ਬਿਆਨ ਦਿੰਦੇ ਨੇ ਤਾਂ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰਾਂਗੇ, ਅਸੀਂ ਧਰਨੇ ਵੀ ਲਗਾਵਾਂਗੇ। ਕੀ ਲੱਗਦਾ ਤੁਹਾਨੂੰ ਕਿ ਕਾਂਗਰਸ ਜਿਹੜੀ ਪਾਰਟੀ ਹੈ ਉਹ ਆਪਣੇ ਲੀਡਰਾਂ ਨੂੰ ਵੀ ਨਿਸ਼ਾਨੇ ਤੇ ਲੈ ਰਹੀ ਹੈ ਔਰ ਦੂਜੇ ਪਾਸੇ ਬੀਜੇਪੀ ਵਾਲੇ ਕਾਂਗਰਸ ਨੂੰ ਨਿਸ਼ਾਨੇ ਤੇ ਲੈ ਰਹੇ? ਕਿਸਾਨ ਮੁੱਦੇ ਦੇ ਉੱਤੇ ਸਾਰੀਆਂ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ, ਅਕਾਲੀ ਦਲ, ਬੀਜੇਪੀ, ਕਾਂਗਰਸ, ਕੇਜਰੀਵਾਲ, ਸਭ ਹਮ ਮਸ਼ਵਰਾ ਹੈਗੇ ਆ। ਸਲਾਹ ਹੈਗੀ ਆ ਵੀ ਪੈਰਲਲ ਲੋਕਾਂ ਦਾ ਧਿਆਨ ਖਿੱਚਣ ਲਈ ਦੂਸਰੇ ਪਲੇਟਫਾਰਮ ਤੋਂ ਕਿਹੜੀਆਂ ਗੱਲਾਂ ਉਭਾਰਨੀਆਂ ਨੇ, ਚਾਹੇ ਉਹ ਨਵਜੋਤ ਸਿੱਧੂ ਦੇ ਵਰਖਲਾਫ ਹੋਣ, ਚਾਹੇ ਉਹ ਜ਼ਿੰਮੇਵਾਰੀ ਹਮਲੇ ਦੀ ਲੈਣ ਦੀਆਂ ਹੋਣ, ਉਹ ਬਿੱਟੂ ਜੀ ਦੇ ਪੁਤਲੇ ਫੂਕਣ ਦੀਆਂ ਹੋਣ। ਹੁਣ ਬਿੱਟੂ ਜੀ ਕਿੰਨੀਆਂ ਸਿਆਣੀਆਂ ਗੱਲਾਂ ਕਰਕੇ ਗਏ, ਆਪਣੇ ਵੱਲੋਂ ਬਹੁਤ ਸਿਆਣਪ ਵਾਲੇ ਉਹਨਾਂ ਨੇ ਪ੍ਰਵਚਨ ਕੀਤੇ। ਨਵਜੋਤ ਸਿੱਧੂ ਨੂੰ ਕਹਿੰਦੇ ਵੀ ਇਹ ਬਿਨਾਂ ਪਾਰਟੀ ਤੋਂ, ਬਿੱਟੂ ਜੀ ਤੁਸੀਂ ਲੜ ਕੇ ਦਿਖਾਓ। ਨਵਜੋਤ ਸਿੱਧੂ ਤਾਂ ਬਿਨਾਂ ਪਾਰਟੀ ਤੋਂ ਮੇਰਾ ਖਿਆਲ ਲੜਕੇ ਵੀ ਰਵਾਇਤੀ ਪਾਰਟੀਆਂ ਨੂੰ ਧੂੜ ਚਟਾ ਸਕਦਾ। ਰਵਨੀਤ ਬਿੱਟੂ ਆਜ਼ਾਦ MP MLA ਦੀ ਚੋਣ ਲੜੇ, ਮੇਰਾ ਖਿਆਲ ਜ਼ਮਾਨਤ ਨਹੀਂ ਬਚਾ ਪਾਉਣਗੇ। ਸੋ ਬੰਦੇ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਜ਼ਰੂਰ ਚਾਹੀਦਾ। ਇੱਕ ਲਾਸਟ ਸਵਾਲ ਹੈਗਾ, ਇੱਕ ਅਗਰ ਲਗਾਤਾਰ ਆ ਰਿਹਾ, ਅਗਰ ਕਿਸਾਨ ਲਗਾਤਾਰ ਜਿਸ ਤਰੀਕੇ ਨਾਲ ਸੰਘਰਸ਼ ਕਰ ਰਹੇ ਨੇ, ਅਗਰ ਇਸੇ ਤਰੀਕੇ ਦੇ ਨਾਲ ਸੰਘਰਸ਼ ਚੱਲਦਾ ਰਿਹਾ, ਰੇਲਾਂ ਦੇ ਜਿਹੜਾ ਚੱਕਾ ਜਾਮ ਕੀਤਾ ਗਿਆ, ਤੇ ਕੋਇਲਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਹੋ ਜਾਊਗਾ, ਬਿਜਲੀ ਗੁੱਲ ਹੋ ਜਾਊਗੀ, ਇਹ ਵੀ ਸਾਹਮਣੇ ਆ ਰਿਹਾ। ਲੋਕਡਾਊਨ ਦੇ ਵਿੱਚ ਤਾਂ ਬਿਜਲੀ ਗੁੱਲ ਨਾ ਹੋਈ, ਮੇਰਾ ਖਿਆਲ 5 ਮਹੀਨਿਆਂ ਤੋਂ ਜ਼ਿਆਦਾ ਰੇਲਾਂ ਬੰਦ ਰਹੀਆਂ, ਤੇ ਹੁਣ ਹਜੇ ਤਾਂ ਚੰਦ ਦਿਨ ਹੀ ਹੋਇਆ ਕਿਸਾਨ ਅੰਦੋਲਨ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਆਨ ਕਿ ਪੰਜਾਬ ਦੇ ਅੰਦਰ ਬਲੈਕ ਆਊਟ ਹੋ ਜਾਊਗਾ, ਪੰਜਾਬ ਦੇ ਅੰਦਰ ਯੂਰੀਆ ਡਾਇਆ ਖਾਦਾਂ ਦੀ ਕਮੀ ਹੋ ਜਾਊਗੀ, ਇਹ ਸਾਰਾ ਡੰਬਰ ਆ, ਝੂਠ ਆ। ਸਿਰਫ ਤੇ ਸਿਰਫ ਕਿਸਾਨਾਂ ਨੂੰ ਡਰਾ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਚਾਲ ਹੈਗੀ ਹੈ। ਸੋ ਇਹ ਸਨ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਡਿਵਰਟ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਆਜ਼ਾਦ ਖੁਦ ਚੋਣ ਲੜ ਕੇ ਦਿਖਾਣ, ਫਿਰ ਇਸ ਦਾ ਜਿਹੜਾ ਪਤਾ ਚੱਲ ਪਾਵੇਗਾ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਜਿਹੜਾ ਨਿਸ਼ਾਨਾ ਸਾਧਿਆ ਗਿਆ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।